ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਗੱਲਬਾਤ ਇਹ ਕਿ ਚੰਨੀ ਸਰਕਾਰ ਦੇ ਵੱਲੋਂ ਸਕਾਲਰਸ਼ਿਪ ਘੁਟਾਲੇ ਦੇ ਉੱਪਰ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ, ਕਿਉਂਕਿ ਸਕਾਲਰਸ਼ਿਪ ਘੁਟਾਲਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਹੋਇਆ ਸੀ। ਉਸ ਘੁਟਾਲੇ ਦਾ ਲੋਕਾਂ ਦੇ ਵੱਲੋਂ ਮੰਤਰੀ ਦੇ ਜੋ ਕਿ ਧਰਮਸੋਤ ਮੰਤਰੀ ਸੀ ਉਹਨਾਂ ਦੇ ਅਸਤੀਫੇ ਦੀ ਮੰਗ ਵੀ ਕੀਤੀ ਗਈ ਸੀ। ਉਸ ਦੇ ਉੱਪਰ ਹੁਣ ਚੰਨੀ ਸਰਕਾਰ ਦੇ ਵੱਲੋਂ ਜਦੋਂ ਸਰਕਾਰਾਂ ਬਦਲੀਆਂ ਨੇ, ਮੁੱਖ ਮੰਤਰੀ ਬਦਲੇ ਨੇ, ਵੱਡਾ ਇੱਕ ਐਕਸ਼ਨ ਹੋਇਆ। ਕੀ ਐਕਸ਼ਨ ਹੋਇਆ ਇਸ ਬਾਰੇ ਗੱਲਬਾਤ ਕਰਾਂਗੇ ਰਜੀਆ ਸੁਲਤਾਨਾ ਦੇ ਅਸਤੀਫੇ ਦੀ, ਕਿਉਂਕਿ ਕੱਲ ਰਜੀਆ ਸੁਲਤਾਨਾ ਕੈਬਨਿਟ ਮੰਤਰੀ ਮੰਡਲ ਦੇ ਵਿੱਚ ਮੀਟਿੰਗ 'ਚ ਪੁੱਜੇ ਨੇ। ਉਹਨਾਂ ਦੇ ਅਸਤੀਫੇ ਦਾ ਕੀ ਬਣਿਆ ਉਸ ਬਾਰੇ ਵੀ ਗੱਲਬਾਤ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਨੂੰ ਬੁੱਕਣ ਦੇ ਲਈ ਹਾਈ ਕਮਾਨ ਦੇ ਵੱਲੋਂ ਤੇ ਹਰੀਸ਼ ਰਾਵਤ ਦੇ ਵੱਲੋਂ ਵੱਡੇ ਐਲਾਨ ਕੀਤੇ ਗਏ ਨੇ। ਕੀ ਐਲਾਨ ਨੇ ਇਸ ਬਾਰੇ ਵੀ ਗੱਲਬਾਤ ਕਰਾਂਗੇ ਰਾਜਾ ਵੜਿੰਗ ਦੇ ਐਕਸ਼ਨ ਦੀ, ਜੋ ਕਿ ਲਗਾਤਾਰ ਬਾਦਲ ਪਰਿਵਾਰ ਉਹਨਾਂ ਦੇ ਸਹਿਯੋਗੀਆਂ ਦੇ ਲਈ ਵੱਡਾ ਸਿਰਦਰਦ ਬਣੇ ਹੋਏ ਨੇ। ਵੱਡੇ ਐਕਸ਼ਨ ਹੋ ਰਹੇ ਨੇ। ਸੋ ਕੀ ਐਕਸ਼ਨ ਹੋ ਰਹੇ ਨੇ ਰਾਜਾ ਵੜਿੰਗ ਦੇ ਵੱਲੋਂ, ਟਰਾਂਸਪੋਰਟ ਮਿਨਿਸਟਰ ਦੇ ਵੱਲੋਂ, ਇਸ ਬਾਰੇ ਵੀ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ। ਅਣਖੀ ਸਾਹਿਬ, ਸਵਾਗਤ ਹੈ ਜੀ। ਸ਼ੁਕਰੀਆ ਜੀ ਬਹੁਤ ਬਹੁਤ। ਸੋ ਅਣਖੀ ਸਰ, ਕੈਪਟਨ ਅਮਰਿੰਦਰ ਦੀ ਸਰਕਾਰ ਦੇ ਵਿੱਚ ਇੱਕ ਵੱਡਾ ਰੌਲਾ ਹੋਇਆ ਸੀ ਘੁਟਾਲੇ ਨੂੰ ਲੈ ਕੇ, ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ, ਐਸਸੀ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ। ਭਾਵੇਂ ਕਿ ਲੋਕਾਂ ਨੇ ਬਹੁਤ ਵਿਰੋਧ ਕੀਤਾ ਸੀਗਾ ਮੰਤਰੀ ਸਾਹਿਬ ਦਾ, ਧਰਮਸੋਤ ਜੀ ਦਾ, ਜੋ ਕਿ ਇਸ ਘੁਟਾਲੇ ਵਿੱਚ ਇਨਵੋਲਵ ਮੰਨੇ ਗਏ ਸੀ, ਲੇਕਿਨ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਉਹਨਾਂ ਨੂੰ ਭਾਵੇਂ ਕਿ ਕਲੀਨ ਚਿੱਟ ਦੇ ਦਿੱਤੀ ਗਈ ਸੀ, ਲੇਕਿਨ ਅੱਜ ਵੀ ਲੋਕਾਂ ਨੂੰ ਲੱਗ ਰਿਹਾ ਵੀ ਉਹ ਦੋਸ਼ੀ ਨੇ। ਜਦੋਂ ਕਿ ਹੁਣ ਸਰਕਾਰਾਂ ਬਦਲੀਆਂ ਨੇ, ਮੰਤਰੀ ਮੰਡਲ ਬਦਲੇ ਨੇ, ਮੁੱਖ ਮੰਤਰੀ ਬਦਲੇ, ਇੱਕ ਵੱਡਾ ਐਕਸ਼ਨ ਹੋਇਆਗਾ ਇਸ ਘੁਟਾਲੇ ਸੰਬੰਧੀ, ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ। ਸੋ ਵੱਡੀਆਂ ਨਾਮਜ਼ਦਗੀਆਂ ਹੋਈਆਂ ਨੇ, ਵੱਡਾ ਕੱਲ ਐਕਸ਼ਨ ਹੋਇਆਗਾ, ਚਾਰਜ ਸ਼ੀਟ ਦਾਖਲ ਹੋਈ ਹੈ। ਕਿਵੇਂ ਦੇਖ ਰਹੇ ਹੋ ਇਸ ਪੂਰੇ ਮਾਮਲੇ ਨੂੰ? ਕੀ ਦੋਸ਼ੀ ਜੋ ਪਹਿਲਾਂ ਕੀ ਮੰਨੇ ਜਾ ਰਹੇ ਲੋਕਾਂ ਮੁਤਾਬਕ, ਉਹਨਾਂ ਨੂੰ ਵੀ ਹੁਣ ਚਾਰਜ ਸ਼ੀਟ ਕਰ ਲਿਆ ਜਾਏਗਾ, ਭਾਵੇਂ ਕਿ ਵੱਡੇ ਅਧਿਕਾਰੀਆਂ ਉੱਤੇ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਕਿਵੇਂ ਦੇਖ ਰਹੇ ਹੋ ਇਸ ਮਾਮਲੇ ਨੂੰ? ਦੇਖੋ, ਜਿਹੜਾ SC ST ਬੱਚਿਆਂ ਦਾ ਜਿਹੜਾ ਵਜੀਫਾ ਘੁਟਾਲਾ ਸੀ, ਇਹਦੇ ਸੰਬੰਧੀ ਬੀਤੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਮੈਂ ਬੜਾ ਰੌਲਾ ਪੈਂਦਾ ਰਿਹਾ, ਔਰ ਸਿੱਧਾ ਇਲਜ਼ਾਮ ਜਿਹੜਾ ਸਾਧੂ ਸਿੰਘ ਧਰਮਸੋਤ ਜਿਹੜੇ ਮੰਤਰੀ ਸੀ ਉਹਨਾਂ ਤੇ ਲੱਗਦਾ ਰਿਹਾ। ਤੇ ਬਾਕੀ ਸਾਧੂ ਸਿੰਘ ਧਰਮਸੋਤ ਆਪਣੇ ਨਾਮ ਕੋਈ ਇਹਨਾਂ ਸਾਧੂ ਹੀ, ਉਹ ਬੋਲਿਆ ਹੀ ਕੁਝ ਨਹੀਂ, ਕੋਈ ਗੱਲ ਹੀ ਨਹੀਂ, ਸੱਤ ਬਚਨ ਕਹਿੰਦਾ ਰਿਹਾ, ਠੀਕ ਆ ਜੀ। ਉਹ ਲੋਕਾਂ ਦਾ ਫਾਹ ਜ਼ਰੂਰ ਲੈਂਦਾ ਰਿਹਾ, ਜਾ ਕੇ ਬੀਬੀਆਂ ਨੇ ਉਹਦਾ ਵਿਰੋਧ ਵੀ ਕੀਤਾ, ਪਰ ਕਿਉਂਕਿ ਉਹਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਸੀ ਤਾਂ ਇਸ ਕਰਕੇ ਉਹਦਾ ਵਿਗੜਿਆ ਕੁਝ ਨਹੀਂ। ਜਦੋਂ CBI ਜਾਂਚ ਲੱਗੀ ਹੁਣ, ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਉਹਨੂੰ ਬਚਾ ਲਿਆ ਸੀ, ਔਰ ਬਕਾਇਦਾ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਜੇਬ ਦੇ ਵਿੱਚ ਕਲੀਨ ਚਿੱਟ ਰੱਖੀ ਹੁੰਦੀ ਸੀ ਉਹਨੂੰ ਦੇਣ ਨੂੰ, ਕਿ ਇਹਦੇ ਵਰਗਾ ਸਾਧੂ ਜੀ ਜਿੱਦਾਂ ਦਾ ਉਹ ਸਾਧੂ ਹੈ ਤਾਂ ਇਹਦੇ ਸਾਧੂਆਂ ਵਰਗੇ ਕੰਮ ਨਹੀਂ ਨੇ, ਕੋਈ ਇੱਦਾਂ ਦਾ ਘੁਟਾਲਾ ਨਹੀਂ ਕੀਤਾ। ਪਰ ਜਦੋਂ ਚਰਨਜੀਤ ਸਿੰਘ ਚੰਨੀ ਹੁਣਾਂ ਦੀ ਸਰਕਾਰ ਜਦੋਂ ਬਣਦੀ ਹੈ ਤਾਂ ਉਸ ਵਕਤ ਕੁਝ ਵਿਰੋਧੀ ਪਾਰਟੀਆਂ ਜਾਂ ਕੁਝ ਲੋਕਾਂ ਨੇ ਇਹ ਸਵਾਲ ਉਠਾਏ ਸੀ ਕਿ ਚੰਨੀ ਸਾਹਿਬ, ਇਹ ਜ਼ਰੂਰੀ ਹੈ ਕਿ ਸਮੇਂ ਦੀ ਮੰਗ ਆ, ਕਿਉਂਕਿ ਤੁਸੀਂ ਵੀ ਉਸ ਵਰਗ ਨਾਲ ਸੰਬੰਧਿਤ ਜੇ ਜਿਸ ਵਰਗ ਦੇ ਬੱਚਿਆਂ ਦਾ ਜਿਹੜਾ ਵਜੀਫਾ ਜਿਹੜਾ ਖਾਧਾ ਗਿਆ। ਤਾਂ ਹੁਣ ਵੇਖਦੇ ਆ ਕਿ ਕੈਪਟਨ ਆਪਣੇ ਚੰਨੀ ਸਾਹਿਬ ਕੀ ਇਹਦੇ ਖਿਲਾਫ ਕਾਰਵਾਈ ਕਰਦੇ ਜਾਂ ਕੀ ਨਹੀਂ ਕਰਦੇ। ਉਹਨਾਂ ਵਾਸਤੇ ਬੜੇ ਧਨ ਸੰਕਟ ਦੀ ਜਿਹੜੀ ਸਥਿਤੀ ਸੀ, ਪਰ ਚਰਨਜੀਤ ਸਿੰਘ ਚੰਨੀ ਹੁਣਾਂ ਆਉਂਦਿਆਂ ਹੀ ਬਹੁਤ ਵਧੀਆ ਕੰਮ ਜਿਹੜਾ ਉਹ ਕੀਤਾ। ਵੇਖੋ, ਬੰਦਾ ਕੋਈ ਵੀ ਹੋਵੇ, ਕਿਸੇ ਵੀ ਵਰਗ ਨਾਲ ਸੰਬੰਧਿਤ ਹੋਵੇ, ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ, ਜੇਕਰ ਉਹਨੇ ਇਸ ਤਰ੍ਹਾਂ ਗੁਨਾਹ ਕੀਤਾ ਤਾਂ ਉਸਨੂੰ ਸਜ਼ਾ ਦੇਣਾ ਜਾਂ ਉਹ ਲੋਕਾਂ ਦੇ ਸਾਹਮਣੇ ਨੰਗਿਆ ਕਰਨਾ ਹਰ ਸਰਕਾਰ ਦਾ ਫਰਜ਼ ਹੈ। ਕੈਪਟਨ ਅਮਰਿੰਦਰ ਸਿੰਘ ਹੁਣੀ 4.5 ਸਾਲ ਤੱਕ ਉਹਨੂੰ ਬਚਾਉਂਦੇ ਰਹੇ ਨੇ, ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਬਚਾਇਆ। ਤਾਂ ਹੁਣ ਜਿਸ ਤਰੀਕੇ ਨਾਲ ਕੱਲ ਇਹ ਜਾਂਚ ਤਾਂ ਪਹਿਲਾਂ ਬੜੇ ਚਿਰ ਦੀ ਜਿਹੜੀ ਸ਼ੁਰੂ ਹੋਈ ਸੀ, ਪਰ ਰਾਜਸੀ ਦਬਾਅ ਕਾਰਨ ਇਹਦੇ ਉੱਤੇ ਕਾਰਵਾਈ ਨਹੀਂ ਹੁੰਦੀ ਰਹੀ। ਪਰ ਕੱਲ ਜਿਸ ਤਰੀਕੇ ਨਾਲ 5 ਡਿਪਟੀ ਡਾਇਰੈਕਟਰ ਤੋਂ ਲੈ ਕੇ ਥੱਲੇ ਕੁਝ ਅਧਿਕਾਰੀਆਂ ਦੇ ਉੱਤੇ ਜਿਹੜਾ ਉਹ ਸਕੰਜਾ ਜਿਹੜਾ ਕੱਸਿਆ ਗਿਆ, ਤਾਂ ਇਹ ਹੌਲੀ ਹੌਲੀ ਜਾਂਚ ਜਿਹੜੀ ਹੈ ਇਹ ਐਕਚੁਅਲੀ ਸਾਧੂ ਸਿੰਘ ਧਰਮਸੋਤ ਵਾਲੀ ਜਾ ਰਹੀ ਹੈ। ਇਹ ਕਿਉਂਕਿ ਮੇਨ ਮੁੱਦਾ ਤਾਂ ਇਲਜ਼ਾਮ ਤਾਂ ਉਹਦੇ ਸਿਰ ਤੇ ਹੀ ਹੈ ਨਾ, ਕਿ ਉਸਨੇ ਇਹ ਸਭ ਕੁਝ ਕਰਾਇਆ। ਇਕੱਲੇ ਅਧਿਕਾਰੀਆਂ ਦੀ ਇੰਨੀ ਮਰਜ਼ੀ ਨਹੀਂ ਹੁੰਦੀ, ਇੰਨੀ ਜ਼ਰੂਰਤ ਨਹੀਂ ਹੁੰਦੀ ਕਿ ਇੰਨੇ ਵੱਡੇ ਪੱਧਰ ਤੇ ਜਿਹੜਾ ਘਪਲਾ ਉਹ ਕਰ ਸਕਣ। ਸੋ ਇਸ ਘਪਲੇ ਦੇ ਵਿੱਚ ਮੁੱਖ ਦੋਸ਼ੀ ਕਥਿਤ ਤੌਰ ਤੇ ਸਾਧੂ ਸਿੰਘ ਧਰਮਸੋਤ ਨੂੰ ਕਹਿੰਦੇ ਰਹੇ ਨੇ, ਲੋਕ ਕਹਿੰਦੇ ਰਹੇ ਨੇ, ਆਪੋਜੀਸ਼ਨ ਪਾਰਟੀਆਂ ਕਹਿੰਦੀਆਂ ਨੇ, ਰੌਲਾ ਬੜਾ ਪੈਂਦਾ ਰਿਹਾ, ਇਵਨ ਕਿ ਕਾਂਗਰਸ ਪਾਰਟੀ ਵਾਲੇ ਵੀ ਕਹਿੰਦੇ ਰਹੇ। ਤਾਂ ਹੁਣ ਚਰਨਜੀਤ ਸਿੰਘ ਚੰਨੀ ਸਰਕਾਰ ਨੇ ਜਿਹੜਾ ਸਕੰਜਾ ਜਿਹੜਾ ਕੱਸਣਾ ਸ਼ੁਰੂ ਕੀਤਾ ਆ, ਕੁਦਰਤੀ ਤੌਰ ਤੇ ਉਹਦੇ ਵੱਲ ਹੀ ਜਾਏਗਾ, ਕਿਉਂਕਿ ਮੌਜੂਦਾ ਮੁੱਖ ਮੰਤਰੀ ਨੇ ਆਪਣੀ ਸ਼ਖਸੀਅਤ ਨੂੰ, ਆਪਣੀ ਸਰਕਾਰ ਨੂੰ ਜਾਂ ਆਪਣੀ ਸ਼ਖਸੀਅਤ ਨੂੰ ਇਸ ਤਰੀਕੇ ਨਾਲ ਦਰਸਾਉਣਾ ਕਿ ਅਸੀਂ ਕਿਸੇ ਵੀ ਤਰੀਕੇ ਦੀ ਕਰਪਸ਼ਨ ਨੂੰ ਬਰਦਾਸ਼ਤ ਜਿਹੜਾ ਉਹ ਨਹੀਂ ਕਰਨਾ। ਸੋ ਉਹਦੇ ਅੰਤਰਗਤ ਇਹ ਜਿਹੜਾ ਕਦਮ ਹੈ ਚੰਨੀ ਸਰਕਾਰ ਦਾ, ਇਹ ਇੱਕ ਸ਼ਲਾਘਾਯੋਗ ਆ। ਪਰ ਇਹਦੀ ਜਿਹੜੀ ਜਾਂਚ ਆ ਉਹ ਕੇਵਲ ਅਧਿਕਾਰੀਆਂ ਤੱਕ ਹੀ ਸੀਮਿਤ ਨਹੀਂ ਹੋਣੀ ਚਾਹੀਦੀ। ਜਿਸ ਤਰ੍ਹਾਂ ਮੈਂ ਕਿਹਾ ਕਿ ਇਹ
ਬੜੀ ਦੂਰ ਤੱਕ ਇਸ ਦੀਆਂ ਜੜ੍ਹਾਂ ਨੇ, ਤਾਂ ਪੂਰੇ ਅਧਿਕਾਰੀ ਜਿਹੜੇ ਨੇ ਇਹ ਜੜ੍ਹਾਂ ਤੱਕ ਇਹ ਜਾਂਚ ਜਾਵੇ ਤਾਂ ਫਿਰ ਲੋਕਾਂ ਨੂੰ ਜਿਹੜਾ ਇਨਸਾਫ ਮਿਲਦਾ ਨਜ਼ਰ ਆਉਂਦਾ ਆ ਤੇ ਮਿਲਣਾ ਚਾਹੀਦਾ ਵੀ ਹੈ। ਭਾਵੇਂ ਇਹਦੇ ਵਿੱਚ ਕੋਈ ਮੰਤਰੀ ਤੱਕ ਵੀ ਅਗਰ ਅਧਿਕਾਰੀ ਕੋਈ ਸ਼ਾਮਲ ਆ ਤਾਂ ਉਹਦੇ ਖਿਲਾਫ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਹੈ। ਕੇਵਲ ਅਥਰੂ ਪੂੰਝਣ ਵਾਸਤੇ ਕੇਵਲ ਇਹ 5 ਅਧਿਕਾਰੀ ਜਿਹੜੇ ਜਿਨ੍ਹਾਂ ਨੇ ਸਕੰਜਾ ਕੱਸਿਆ ਇਹਨਾਂ ਨੂੰ ਬਲੀ ਦਾ ਬੱਕਰਾ ਨਹੀਂ ਬਣਾ ਲੈਣਾ ਚਾਹੀਦਾ। ਚੰਨੀ ਸਰਕਾਰ ਦੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਜੇਕਰ ਤੁਸੀਂ ਇਸ ਪਾਸੇ ਤੁਰੇ ਜੇ ਤਾਂ ਫਿਰ ਅਖੀਰ ਤੱਕ ਜਾਓ। ਅਖੀਰ ਤੇ ਜਾ ਕੇ ਇਹ ਨਾ ਹੋਵੇ ਕਿ ਜੇ ਤੁਸੀਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਟ ਪਾਈ ਹੋਵੇ ਤੇ ਚੱਲ ਵੀ ਕਾਕਾ ਤੂੰ ਵੀ ਕਲੀਨ ਚਿੱਟ ਲੈ ਤੇ ਤੂੰ ਸੁਰਖ ਹੋਏ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਮੁੱਦਾ ਇਹ ਹੈ ਕਿ ਜੇਕਰ ਇਹ ਜਾਂਚ ਚੰਨੀ ਸਰਕਾਰ ਨੇ ਇਮਾਨਦਾਰੀ ਨਾਲ ਸ਼ੁਰੂ ਕੀਤੀ ਹੈ ਤਾਂ ਫਿਰ ਇਸ ਦਾ ਪ੍ਰਭਾਵ ਇਹੋ ਹੀ ਪੈਣਾ ਚਾਹੀਦਾ। ਫਿਰ ਮੰਤਰੀ ਤੱਕ ਜਿਹੜੇ ਵੀ ਅਧਿਕਾਰੀ ਇਹਦੇ ਵਿੱਚ ਇਨਵੋਲਵ ਨੇ, ਭਾਈ ਉਹ ਮੰਤਰੀ ਹੋਵੇ, ਭਾਈ IAS ਹੋਵੇ, ਭਾਈ PCS ਹੋਵੇ, ਕੋਈ ਵੀ, ਸਾਰੇ ਸਕੰਜੇ ਚ ਹੋਣੇ ਚਾਹੀਦੇ। ਉਹਨੂੰ ਬਣਦੀ ਸਜ਼ਾ ਜਿਹੜੀ ਆ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਚੰਨੀ ਸਰਕਾਰ ਦਾ ਇਹ ਕਦਮ ਜਿਹੜਾ ਲੋਕਾਂ ਵਾਸਤੇ ਇੱਕ ਵਧੀਆ ਸੰਦੇਸ਼ ਜਿਹੜਾ ਉਹ ਦਿੰਦਾ ਕਿ ਇਹ ਸਰਕਾਰ ਹੁਣ ਭ੍ਰਿਸ਼ਟ ਅਧਿਕਾਰੀਆਂ ਨੂੰ ਬਖਸ਼ੇਗੇ ਨਹੀਂ, ਬਖਸ਼ਣ ਦੀ ਕਿਸੇ ਵੀ ਮੂਵ ਦੇ ਵਿੱਚ ਨਜ਼ਰ ਨਹੀਂ ਆਉਂਦੀ। ਜੀ ਮਾਨ ਸਾਹਿਬ। ਅੰਕਿਤ ਸਰ, ਕੱਲ ਚੰਨੀ ਸਰਕਾਰ ਦੀ ਕੈਬਨਿਟ ਮੀਟਿੰਗ ਹੋਈ ਜਿਹਦੇ ਵਿੱਚ ਰਜੀਆ ਸੁਲਤਾਨਾ ਜੀ, ਜਿਨ੍ਹਾਂ ਨੇ ਪਿੱਛੇ ਜੇ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਉਹਨਾਂ ਨੇ ਵੀ ਕੈਬਨਿਟ ਮੰਤਰੀ ਤੋਂ ਅਸਤੀਫਾ ਦਿੱਤਾ ਸੀ। ਪਿਛਲੀ ਕੈਬਨਿਟ ਮੀਟਿੰਗ ਦੇ ਵਿੱਚ ਉਹ ਨਹੀਂ ਹਾਜ਼ਰ ਸੀ, ਲੇਕਿਨ ਕੱਲ ਜੋ ਮੀਟਿੰਗ ਹੋਈ ਆ ਉਹਦੇ ਵਿੱਚ ਰਜੀਆ ਸੁਲਤਾਨਾ ਜੀ ਪਹੁੰਚੇ ਸੀ, ਮੀਟਿੰਗ ਅਟੈਂਡ ਕੀਤੀ ਆ। ਕਿਵੇਂ ਦੇਖ ਰਹੇ ਹੋ ਵੀ ਉਹਨਾਂ ਦਾ ਅਸਤੀਫਾ ਨਾਮਨਜ਼ੂਰ ਹੋਇਆ ਹੈ ਜਾਂ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ? ਕਿਉਂਕਿ ਚਰਚਾਵਾਂ ਕਿਸੇ ਤਰ੍ਹਾਂ ਦੀਆਂ ਨਹੀਂ ਆਈਆਂ, ਉਹ ਚੁੱਪਚਾਪ ਕੈਬਨਿਟ ਮੀਟਿੰਗ ਵਿੱਚ ਸ਼ਾਮਲ ਹੋ ਗਏ ਨੇ। ਕਿਵੇਂ ਦੇਖ ਰਹੇ ਹੋ, ਅਸਤੀਫਾ ਨਾਮਨਜ਼ੂਰ ਜਾਂ ਅਸਤੀਫਾ ਵਾਪਸ ਲਿਆ ਗਿਆ? ਕਿਉਂਕਿ ਉਧਰ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੇ ਸਾਰੇ ਕੰਮਕਾਰ ਸੰਭਾਲੇ ਨੇ, ਉਹਨਾਂ ਨੇ ਵੀ ਬਾਗਡੋਰ ਕਾਂਗਰਸ ਪਾਰਟੀ ਦੇ ਆਪਣੇ ਹੱਥਾਂ ਦੇ ਵਿੱਚ ਲੈ ਲਈ। ਹਾਲਾਂਕਿ ਉਹਨਾਂ ਬਾਰੇ ਚਰਚਾਵਾਂ ਜ਼ਰੂਰ ਸੀ ਵੀ ਨਾਮ ਉਹਨਾਂ ਦਾ ਨਾਮਨਜ਼ੂਰ ਕਰਤਾ ਹਾਈ ਕਮਾਨ ਨੇ ਅਸਤੀਫਾ, ਲੇਕਿਨ ਰਜੀਆ ਸੁਲਤਾਨਾ ਦੇ ਅਸਤੀਫੇ ਦੀ ਕਿਤੇ ਗੱਲ ਨਹੀਂ ਹੋਈ। ਕਿਵੇਂ ਦੇਖ ਰਹੇ ਹੋ ਉਸ ਪੂਰੇ ਮਾਮਲੇ ਨੂੰ? ਦੇਖੋ, ਜਦੋਂ ਰਜੀਆ ਸੁਲਤਾਨਾ ਦਾ ਅਸਤੀਫਾ ਗਿਆ, ਅਸਤੀਫਿਆਂ ਦਾ ਸ਼ਗੂਫਾ ਬੜਾ ਆਪਣੇ ਪੰਜਾਬ 'ਚ ਚੱਲਦਾ ਪਿਆ ਤੇ ਕਦੇ ਕੋਈ ਅਸਤੀਫਾ ਦੇ ਦਿੰਦਾ, ਕਦੇ ਕੁਝ ਹੋ ਜਾਂਦਾ, ਕਦੇ ਕੁਝ ਹੋ ਜਾਂਦਾ। ਜਦੋਂ ਨਵਜੋਤ ਸਿੱਧੂ ਨੇ ਅਸਤੀਫਾ ਦਿੱਤਾ ਤਾਂ ਉਹਨੇ ਕੁਝ ਮੁੱਦਿਆਂ ਨੂੰ ਆਧਾਰ ਬਣਾ ਕੇ ਦਿੱਤਾ ਸੀ ਕਿ ਇਹ ਮੁੱਦੇ ਜਿਹੜੇ ਆ ਹੱਲ ਹੋਣੇ ਚਾਹੀਦੇ ਆ, ਪਰ ਉਹਦੇ ਪ੍ਰਤੀਕਰਨ ਦੇ ਵਿੱਚ ਨਾਲ ਹੀ ਨਾਲ ਇਹ ਰਜੀਆ ਸੁਲਤਾਨਾ ਜਾਂ ਜਿਹੜੇ ਨਵਜੋਤ ਸਿੱਧੂ ਦੇ ਹਮਾਇਤੀ ਸੀ ਉਹਨਾਂ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ। ਉਹ ਮਨਜ਼ੂਰ ਹੋਇਆ ਨਹੀਂ ਹੋਇਆ, ਪਰ ਉਸ ਸਮੇਂ ਦੇ ਵਿੱਚ ਐਕਟੀਵਿਟੀਜ਼ ਜਿਹੜੀਆਂ ਨਵਜੋਤ ਸਿੱਧੂ ਦੇ ਖਿਲਾਫ ਕਾਂਗਰਸ ਹਾਈਕਮਾਨ ਨੂੰ ਬੜੀਆਂ ਵੱਡੇ ਪੱਧਰ ਤੇ ਜਿਸ ਤਰ੍ਹਾਂ ਕਨਸੂਮਾਂ ਮਿਲੀਆਂ ਰਹੀਆਂ ਹੋਈਆਂ ਕਿ ਪ੍ਰਧਾਨ ਹੀ ਬਦਲ ਦੇਣਾ ਚਾਹੁੰਦੇ ਸਨ, ਇਸ ਤਰ੍ਹਾਂ ਕਰਨ ਲੱਗਾ। ਪਰ ਕੁਝ ਵਿਚਕਾਰ ਵਿੱਚ ਵਿਚੋਲਿਆਂ ਨੇ ਪੈ ਕੇ ਉਸ ਮੁੱਦੇ ਨੂੰ ਜਿਹੜਾ ਟਾਈ ਅਪ ਕਰਤਾ, ਉਹ ਮੁੱਦਾ ਜਿਹੜਾ ਉਹ ਖਤਮ ਹੋ ਗਿਆ। ਹਾਲਾਂਕਿ ਅਜੇ ਤੱਕ ਅਧਿਕਾਰਤ ਤੌਰ ਤੇ ਨਾ ਤਾਂ ਕਾਂਗਰਸ ਹਾਈਕਮਾਨ ਨੇ ਇਹ ਗੱਲ ਕਹੀ ਹੈ ਕਿ ਅਸੀਂ ਅਸਤੀਫਾ ਨਾਮਨਜ਼ੂਰ ਕਰਦੇ ਹਾਂ, ਤਾਂ ਨਾ ਹੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਆਪਣਾ ਅਸਤੀਫਾ ਵਾਪਸ ਲੈਣਾ। ਇਹ ਬਸ ਉਹ ਸਮੱਸਿਆ ਜਿਸ ਤਰ੍ਹਾਂ ਕੱਟੇ ਕੌਡੀਆਂ 'ਚ ਉਹ ਮਸਲਾ ਜਿਹੜਾ ਨਾ ਉਲਝ ਰਹਿ ਗਿਆ, ਔਰ ਕਿਸਮ ਦਾ ਉਹ ਪ੍ਰਸੰਗ ਜਿਹੜਾ ਹੁਣ ਉਹ ਖਤਮ ਹੋ ਚੁੱਕਾ। ਕਿਉਂਕਿ ਉਸ ਤੋਂ ਮਗਰੋਂ ਨਵਜੋਤ ਸਿੱਧੂ ਨੇ ਜਿਸ ਤਰੀਕੇ ਦੇ ਨਾਲ ਆਪਣੀਆਂ ਇੱਕ ਗਤੀਵਿਧੀਆਂ ਕਾਰਵਾਈਆਂ ਕੀਤੀਆਂ, ਉਹ ਪਤਾ ਹੀ ਹੈ ਸਾਰਿਆਂ ਨੂੰ, ਬੜੀ ਨੈਸ਼ਨਲ ਪੱਧਰ ਤੇ ਲਖੀਮਪੁਰ ਖੀਰੀ ਤੱਕ, ਗਵਰਨਰ ਹਾਊਸ ਤੱਕ ਜਿਹੜੀ ਉਹਨਾਂ ਦੀ ਐਕਟੀਵਿਟੀ ਰਹੀ, ਉਹ ਪੂਰਨ ਤੌਰ ਤੇ ਰਿਹਾ ਕਿ ਉਹ ਬਤੌਰ ਕਾਂਗਰਸ ਪ੍ਰਧਾਨ ਹੀ ਕੰਮ ਕਰਦੇ ਰਹੇ। ਕਿਉਂਕਿ ਕਾਂਗਰਸ ਹਾਈਕਮਾਨ ਉੱਪਰੋਂ ਜਿਹੜਾ ਵਿੱਚ ਵਿਚਾਲੇ ਸਮਝੌਤਾ ਹੋਇਆ ਉਹਦੇ ਅਨੁਸਾਰ ਇਹੋ ਹੀ ਗੱਲ ਜਿਹੜੀ ਸਾਹਮਣੇ ਆਉਂਦੀ ਸੀ। ਹੁਣ ਪ੍ਰਸ਼ਨ ਜਿਹੜਾ ਤੁਸੀਂ ਰਜੀਆ ਸੁਲਤਾਨਾ ਦੇ ਸੰਬੰਧ ਚ ਕਰ ਰਹੇ ਜੀ, ਰਜੀਆ ਸੁਲਤਾਨਾ ਹੋਣਾ ਦਾ ਵੀ ਅਸਤੀਫਾ ਉਸੇ ਪ੍ਰਸੰਗ ਦੇ ਵਿੱਚ ਸੀ ਜਿਸ ਪ੍ਰਸੰਗ ਚ ਨਵਜੋਤ ਸਿੱਧੂ ਦੇ ਸਮਰਥਨ ਚ ਦਿੱਤਾ ਗਿਆ। ਤਾਂ ਕੁਦਰਤੀ ਤੌਰ ਤੇ ਹੈ ਕਿ ਜੇਕਰ ਨਵਜੋਤ ਸਿੱਧੂ ਦਾ ਅਸਤੀਫਾ ਨਾ ਮਨਜ਼ੂਰ ਹੁੰਦਾ ਜਾਂ ਉਹ ਉਸਨੂੰ ਆਪਣੀ ਉਸ ਕਾਰਵਾਈ ਨੂੰ ਨਜ਼ਰ ਅੰਦਾਜ਼ ਕਰਕੇ ਆਪਣੀ ਗਤੀਵਿਧੀਆਂ ਬਤੌਰ ਪਾਰਟੀ ਪ੍ਰਧਾਨ ਸ਼ਾਮਲ ਕਰਦੇ ਨੇ, ਤਾਂ ਫਿਰ ਕੁਦਰਤੀ ਤੌਰ ਤੇ ਜਿਹੜੀ ਉਹਨਾਂ ਦੀ ਟੀਮ ਹੈ, ਮੈਂ ਟੀਮ ਦਾ ਸ਼ਬਦ ਤਾਂ ਕਿਹਾ ਕਿਉਂਕਿ ਉਸ ਵਕਤ 2-3 ਬੰਦਿਆਂ ਨੇ ਹੋਰ ਅਸਤੀਫੇ ਨਵਜੋਤ ਸਿੱਧੂ ਦੇ ਨਾਲ ਦਿੱਤੇ ਸੀ। ਤਾਂ ਕੁਦਰਤੀ ਤੌਰ ਤੇ ਜੇ ਨਵਜੋਤ ਸਿੱਧੂ ਨੇ ਅਸਤੀਫੇ ਨੂੰ ਉਹ ਪ੍ਰਸੰਗ ਨੂੰ ਛੱਡ ਕੇ ਆਪਣੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ, ਅਸਤੀਫਾ ਮਨਜ਼ੂਰ ਹੋਇਆ, ਵਾਪਸ ਲਿਆ, ਇੱਕ ਵੱਖਰਾ ਉਹ ਪ੍ਰਸੰਗ ਖਤਮ ਹੋ ਗਿਆ। ਹੁਣ ਪ੍ਰਸੰਗ ਇਹ ਹੈ ਕਿ ਰਜੀਆ ਸੁਲਤਾਨਾ ਵੀ ਉਸੇ ਪ੍ਰਸੰਗ ਦੇ ਵਿੱਚ ਆ ਕਿ ਠੀਕ ਆ, ਅਸਤੀਫਾ ਜੇ ਨਵਜੋਤ ਸਿੱਧੂ ਦਾ ਮਨਜ਼ੂਰ ਨਹੀਂ ਹੋਇਆ, ਉਹਨਾਂ ਦਾ ਵੀ ਮਨਜ਼ੂਰ ਨਹੀਂ ਕੀਤਾ ਗਿਆ। ਤਾਂ ਕੁਦਰਤੀ ਤੌਰ ਤੇ ਜੇਕਰ ਨਵਜੋਤ ਸਿੱਧੂ ਨੇ ਆਪਣੀਆਂ ਗਤੀਵਿਧੀਆਂ ਬਤੌਰ ਪਾਰਟੀ ਪ੍ਰਧਾਨ ਸ਼ੁਰੂ ਕਰਤੀਆਂ, ਤਾਂ ਉਹਨਾਂ ਨੇ ਵੀ ਬਤੌਰ ਕੈਬਨਿਟ ਮੰਤਰੀ ਵਜੋਂ ਆਪਣਾ ਜਿਹੜਾ ਅਹੁਦਾ ਤਾਂ ਚਲੋ ਅਜੇ ਪਰ ਨੇ ਸੰਭਾਲਿਆ ਕਿ ਨਹੀਂ ਸੰਭਾਲਿਆ, ਪਰ ਉਹ ਮੀਟਿੰਗ ਦੇ ਵਿੱਚ ਕੈਬਨਿਟ ਮੀਟਿੰਗ 'ਚ ਸ਼ਾਮਲ ਹੋਏ ਨੇ। ਸੋ ਇਹ ਉਸੇ ਤਰ੍ਹਾਂ ਹੀ ਹੈ ਕਿ ਠੀਕ ਆ, ਜੇਕਰ ਸਾਡੀ ਪਾਰਟੀ ਦਾ ਲੀਡਰ ਇਹ ਅਸਤੀਫਾ ਦਿੰਦਾ, ਜੇ ਉਹ ਨਹੀਂ ਤਾਂ ਅਸੀਂ ਵੀ ਨਹੀਂ, ਜੇਕਰ ਉਹ ਹੈਗਾ ਤਾਂ ਫਿਰ ਅਸੀਂ ਵੀ ਹਾਂ। ਸੋ ਰਜੀਆ ਸੁਲਤਾਨਾ ਦੇ ਇਸ ਅਸਤੀਫੇ ਨੂੰ ਜਾਂ ਕੱਲ੍ਹ ਦੀ ਕੈਬਨਿਟ ਮੀਟਿੰਗ ਵਿੱਚ ਦਾਖਲ ਹੋਣ ਦੀ ਜਿਹੜੀ ਉਹਨਾਂ ਦੀ ਕਾਰਵਾਈ ਆ, ਉਹਨੂੰ ਤੁਸੀਂ ਇਸੇ ਪ੍ਰਸੰਗ 'ਚ ਵੇਖੋ ਜਿਸ ਪ੍ਰਸੰਗ 'ਚ ਤੁਸੀਂ ਨਵਜੋਤ ਸਿੱਧੂ ਨੂੰ ਦੇਖਦੇ ਜਾਂ ਨਵਜੋਤ ਸਿੱਧੂ ਦੇ ਅਸਤੀਫੇ ਨੂੰ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ। ਅਸਤੀਫਾ ਦਿੱਤਾ, ਕਾਂਗਰਸ ਹਾਈਕਮਾਨ ਨੇ ਨਾ ਪ੍ਰਵਾਨ ਕੀਤਾ ਨਾ ਅਪ੍ਰਵਾਨ ਕੀਤਾ। ਨਵਜੋਤ ਸਿੱਧੂ ਨੇ ਨਾ ਉਹਨੂੰ ਵਾਪਸ ਲਿਆ ਤੇ ਨਾ ਇਹ ਗੱਲ ਕਹੀ ਕਿ ਮੈਂ ਇਸ ਨੂੰ ਲੈਣਾ ਹੀ ਨਹੀਂ। ਮਤਲਬ ਕਹਾਣੀ ਉੱਥੇ ਕਿ ਉੱਥੇ ਡਬਲੂ ਕਸੂਜਿਆ ਕੰਮ 'ਚ ਤਰ੍ਹਾਂ ਪੰਜਾਬੀ 'ਚ ਸ਼ਬਦ ਹੁੰਦਾ ਕਿ ਬਸ ਕੱਟੇ ਕੌਡੀਆਂ ਉਹ ਮਸਲਾ
ਖਤਮ ਹੋ ਗਿਆ। ਕਿਸਮ ਦਾ ਉਹ ਪ੍ਰਸੰਗ ਵਾਲਾ ਜਿਹੜਾ ਸਿਲਸਿਲਾ ਅਸਤੀਫੇ ਵਾਲਾ ਪ੍ਰਸੰਗ ਆ, ਨਾ ਤਾਂ ਨਵਜੋਤ ਸਿੱਧੂ ਦੇ ਤੇ ਨਾ ਹੀ ਰਜ਼ੀਆ ਸੁਲਤਾਨਾ ਦੇ ਸੰਬੰਧ ਦੇ ਵਿੱਚ ਕੋਈ ਅਰਥ ਉਹਦੇ ਰਹਿ ਜਾਂਦੇ ਨੇ, ਕਿਉਂਕਿ ਹੁਣ ਗਤੀਵਿਧੀਆਂ ਨਵਜੋਤ ਸਿੱਧੂ ਵੱਲੋਂ ਬਤੌਰ ਪਾਰਟੀ ਪ੍ਰਧਾਨ ਵੀ ਸ਼ੁਰੂ ਹੋ ਚੁੱਕੀਆਂ। ਤਾਂ ਉਹਨਾਂ ਦੇ ਜਿਹੜੇ ਸਮਰਥਕ ਨੇ ਮੈਡਮ ਰਜ਼ੀਆ ਸੁਲਤਾਨਾ, ਉਹ ਵੀ ਕੱਲ੍ਹ ਕੈਬਨਿਟ 'ਚ ਸ਼ਾਮਲ ਹੋਏ ਨੇ। ਤਾਂ ਕੁਦਰਤੀ ਤੌਰ ਤੇ ਅਸਤੀਫਾ ਜਿਹੜਾ ਉਹ ਨਾ ਮਨਜ਼ੂਰ ਹੋ ਚੁੱਕਾ, ਕਿਉਂਕਿ ਜੇ ਅਸਤੀਫਾ ਮਨਜ਼ੂਰ ਕੀਤਾ ਗਿਆ ਹੁੰਦਾ ਤਾਂ ਕਾਂਗਰਸ ਹਾਈਕਮਾਨ ਵੱਲੋਂ ਜ਼ਰੂਰ ਕੋਈ ਨਾ ਕੋਈ ਇਹੋ ਜਿਹਾ ਮੈਸੇਜ ਜਿਹੜਾ ਆਉਣਾ ਸੀ। ਇਹ ਸਾਫ਼ ਅਰਥ ਨਹੀਂ ਕਿ ਉਹਨਾਂ ਦਾ ਅਸਤੀਫਾ ਜਿਹੜਾ ਪ੍ਰਵਾਨ ਨਹੀਂ ਕੀਤਾ ਗਿਆ, ਤਾਂ ਬਤੌਰ ਉਹ ਕੈਬਨਿਟ ਮੰਤਰੀ ਹੁਣ ਆਪਣਾ ਪੰਜਾਬ 'ਚ ਕੰਮ ਕਰਦੇ ਰਹਿਣਗੇ। ਜੀ ਮਾਨ ਸਾਹਿਬ। ਸੋ ਸਰ, ਹੁਣ ਕੁਛ ਇਸ ਤਰ੍ਹਾਂ ਦਾ ਲੱਗ ਨਹੀਂ ਰਿਹਾ ਵੀ ਕਾਂਗਰਸ ਸਭ ਕੁਝ ਠੀਕ ਹੁੰਦਾ ਜਾ ਰਿਹਾ, ਕਿਉਂਕਿ ਸਾਰੇ ਮੰਤਰੀ ਸਾਹਿਬਾਨ ਲਾ ਲਓ ਆਪਾਂ ਜਾਂ ਮੰਤਰੀ ਮੰਡਲ ਦੇ ਮੰਤਰੀ ਇਕੱਠੇ ਕੰਮ ਕਰਦੇ ਨਜ਼ਰ ਆ ਰਹੇ ਨੇ, ਵੱਡੇ ਵੱਡੇ ਐਕਸ਼ਨ ਹੁੰਦੇ ਨਜ਼ਰ ਆ ਰਹੇ। ਤੇ ਉਧਰੋਂ ਹਰੀਸ਼ ਰਾਵਤ ਜੀ ਜੋ ਅੱਜ ਤੱਕ ਜਾਂ ਆਪਾਂ ਕੱਲ ਤੱਕ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਤਿੱਖੇ ਵਾਰ ਕਰਦੇ ਨਜ਼ਰ ਆ ਰਹੇ ਸੀਗੇ। ਪਿੱਛੇ ਉਹਨੇ ਆਪਣੇ ਕਈ ਪ੍ਰੈਸ ਕਾਨਫਰੰਸ ਵਿੱਚ ਬੜੇ ਵੱਡੇ ਹੱਥਾਂ ਦੇ ਨਾਲ, ਆੜੇ ਹੱਥਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਲਿਆ ਸੀ। ਲੇਕਿਨ ਇੱਕ ਵੱਡਾ ਬਿਆਨ ਹੁਣ ਹਰੀਸ਼ ਰਾਵਤ ਜੀ ਵੱਲੋਂ ਆਇਆ ਵੀ ਕੈਪਟਨ ਅਮਰਿੰਦਰ ਸਿੰਘ ਦੇ ਲਈ ਸਾਡੀ ਕਾਂਗਰਸ ਦੇ ਵਿੱਚ ਬਹੁਤ ਜ਼ਿਆਦਾ ਕੰਮਕਾਰ ਬਚਿਆ ਹੋਇਆ ਹੈ, ਉਹਨਾਂ ਨੂੰ ਕੋਈ ਵੱਡਾ ਅਹੁਦਾ ਦਵਾਜਿਆ ਜਾ ਸਕਦਾ ਹੈ। ਕਿਵੇਂ ਦੇਖ ਲਿਓ ਵੀ ਕੈਪਟਨ ਅਮਰਿੰਦਰ ਸਿੰਘ ਦੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਵੀਂ ਪਾਰਟੀ ਬਣ ਸਕਦੀ ਹੈ, ਜਾਂ ਜਿਸ ਤਰ੍ਹਾਂ ਦੇ ਹਰੀਸ਼ ਰਾਵਤ ਜੀ ਵੱਲੋਂ ਬਿਆਨ ਆ ਰਹੇ ਨੇ ਹਾਈ ਕਮਾਂਡ ਦੇ ਨਾਲ ਕਿਸੇ ਤਰ੍ਹਾਂ ਦੀ ਉਹਨੂੰ ਸੈਟਿੰਗ ਹੋ ਗਈ ਹੋਏਗੀ ਤਾਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨਾਲ ਬਣੇ ਰਹਿਣਗੇ? ਕਿਵੇਂ ਦੇਖ ਲਿਓ ਪੂਰੇ ਮਾਮਲੇ? ਦੇਖੋ, ਜਿਹੜਾ ਹਰੀਸ਼ ਰਾਵਤ ਦਾ ਜਿਹੜਾ ਬਿਆਨ ਆਇਆ ਕਿ ਕੈਪਟਨ ਵਾਸਤੇ ਕਾਂਗਰਸ ਦੇ ਦਰਵਾਜ਼ੇ ਖੁੱਲੇ ਆ, ਕਾਂਗਰਸ ਨੇ ਕਦੀ ਬੰਦ ਹੀ ਨਹੀਂ ਕੀਤੇ। ਉਹ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਆਪ ਹੀ ਬੰਦ ਕਰਤੇ। ਬਾਕੀ ਜਿਹੜਾ ਹਰੀਸ਼ ਰਾਵਤ ਦਾ ਇਹ ਜਿਹੜਾ ਬਿਆਨ ਆ ਰਿਹਾ, ਇਹ 16 ਤਰੀਕ ਨੂੰ ਜਿਹੜੀ CWC ਦੀ ਮੀਟਿੰਗ ਹੋਣੀ ਆ ਉਸ ਪ੍ਰਸੰਗ ਦੇ ਵਿੱਚ ਆ ਰਿਹਾ, ਕਿਉਂਕਿ ਉਹ ਜਿਹੜੀ ਮੀਟਿੰਗ ਆ ਉਹ G23 ਦੇ ਗਰੁੱਪ ਵੱਲੋਂ ਸੱਦੀ ਗਈ, ਜਿਹਦੇ ਵਿੱਚ ਕਪਲ ਸਿੱਬਲ, ਗੁਲਾਮ ਨਬੀ ਆਜ਼ਾਦ, ਮਨੀਸ਼ ਤਿਵਾੜੀ, ਇਹੋ ਜਿਹੇ ਸ਼ੇਖ ਗਹਿਲੋਤ ਜਾਂ ਇਹੋ ਜਿਹੇ ਜਿਹੜੇ ਉੱਚ ਚੋਟੀ ਜਿਹੜੇ ਉਮਰ ਵਿਹਾਰ ਚੁੱਕੇ ਜਾਂ ਟਕਸਾਲੀ ਨੇਤਾ ਨੇ ਕਾਂਗਰਸ 'ਚ, ਇਹਨਾਂ ਨੇ ਲੰਮਾ ਸਮਾਂ ਕਾਂਗਰਸ ਦੇ ਵਿੱਚ ਬਿਤਾਇਆ, ਉਹਨਾਂ ਦੇ ਕਹਿਣ ਦੀ ਇਹ ਮੀਟਿੰਗ ਸੱਦੀ ਜਾ ਰਹੀ ਹੈ। ਤੇ ਉਹ ਅਕਸਰ ਇਹ ਇਲਜ਼ਾਮ ਲਾਉਂਦੇ ਆ ਕਿ ਕਾਂਗਰਸ ਦੇ ਵਿੱਚ ਹੁਣ ਉਹਨਾਂ ਦੀ ਪੁੱਛ ਪੜਤਾਲ ਨਹੀਂ ਰਹਿ ਗਈ। ਕਾਂਗਰਸ ਪਾਰਟੀ ਛੱਡ ਕੇ ਜਿਹੜੇ ਨੇਤਾ ਨੇ ਉਹ ਜਾ ਰਹੇ ਨੇ, ਉਹ ਨੇਤਾ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਆਪਣਾ ਖੂਨ ਦੇ ਕੇ ਸਿੰਜਿਆ ਜਾਂ ਆਪਣੇ ਖੂਨ ਦੇ ਨਾਲ ਵੱਡਾ ਕੀਤਾ, ਪ੍ਰਫੁੱਲਤ ਕੀਤਾ, ਕਾਂਗਰਸ ਪਾਰਟੀ ਦੀ ਲੰਮਾ ਸੇਵਾ ਕੀਤੀ, ਤੇ ਹੁਣ ਕਾਂਗਰਸ ਦੇ ਵਿੱਚ ਪੁੱਛ ਪੜਤਾਲ ਨਾ ਹੋਣ ਕਰਕੇ ਉਹ ਕਾਂਗਰਸ ਨੂੰ ਛੱਡ ਕੇ ਜਾ ਰਹੇ ਨੇ। ਤਾਂ ਉਸੇ ਸਿਲਸਿਲੇ ਦੇ ਵਿੱਚ ਉਹ ਕੈਪਟਨ ਅਮਰਿੰਦਰ ਨੂੰ ਵੀ ਵੇਖਦੇ ਆ। ਸੋ ਉਸ ਦਿਨ CWC ਦੀ ਮੀਟਿੰਗ ਵਿੱਚ ਇਹੋ ਜਿਹੇ ਵਾਦ ਵਿਵਾਦ ਨਾ ਉੱਠਣ, ਕਿਉਂਕਿ ਕਾਂਗਰਸ ਹਾਈਕਮਾਨ ਇਹ ਚਾਹੁੰਦੀ ਹੈ ਕਿ ਜੇਕਰ ਇਹੋ ਜਿਹੇ ਮੁੱਦੇ ਹੋਣ ਤਾਂ ਉਹ ਇਹ ਕਹਿ ਸਕਦੇ ਕਿ ਵੇਖੋ ਜੀ, ਅਸੀਂ ਤਾਂ ਕੈਪਟਨ ਸਾਹਿਬ ਨੂੰ ਹੁਣ ਵੀ ਸੱਦ ਰਹੇ, ਅਸੀਂ ਤਾਂ ਕੈਪਟਨ ਸਾਹਿਬ ਨੂੰ ਹੁਣ ਵੀ ਕਹਿ ਰਹੇ ਕਿ ਕਾਂਗਰਸ ਪਾਰਟੀ 'ਚ ਤੁਹਾਡੀ ਬੜੀ ਲੋੜ ਆ। ਸੋ ਕੇਵਲ ਔਰ ਕੇਵਲ ਇਹਨੂੰ ਉਸ ਪ੍ਰਸੰਗ ਦੇ ਵਿੱਚ ਹੀ ਹਰੀਸ਼ ਰਾਵਤ ਦੇ ਬਿਆਨ ਨੂੰ ਕਰਕੇ ਵੇਖਿਆ ਜਾਣਾ ਚਾਹੀਦਾ। ਬਾਕੀ ਦੀ ਗੱਲ ਤੁਸੀਂ ਕਾਂਗਰਸ ਦੇ ਦਰਵਾਜ਼ੇ ਕੈਪਟਨ ਸਾਹਿਬ ਦੇ ਨੇ ਦਰਵਾਜ਼ੇ ਤਾਂ ਕਾਂਗਰਸ ਨੇ ਬੰਦ ਕੀਤੇ ਨੇ, ਉਹ ਤਾਂ ਕੈਪਟਨ ਸਾਹਿਬ ਨੇ ਖੁਦ ਕਿਹਾ ਕਿ ਮੈਂ ਕਾਂਗਰਸ ਪਾਰਟੀ ਛੱਡ ਰਿਹਾ। ਔਰ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਤਾਂ ਔਰ ਬੀਤੇ ਦੌਰ 'ਚ ਜਿਸ ਤਰੀਕੇ ਨਾਲ ਉਹਨਾਂ ਨੇ ਕਾਂਗਰਸ ਹਾਈਕਮਾਨ ਤੇ ਹਮਲੇ ਕੀਤੇ ਨੇ, ਪ੍ਰਿੰਕਾ ਗਾਂਧੀ ਤੇ ਕੀਤੇ ਜਾਂ ਰਾਹੁਲ ਗਾਂਧੀ ਤੇ ਕੀਤੇ, ਤੇ ਮੇਰਾ ਨਹੀਂ ਖਿਆਲ ਕਿ ਕੋਈ ਅਜਿਹੀ ਸਥਿਤੀ ਦੇ ਵਿੱਚ ਕਾਂਗਰਸ ਹਾਈਕਮਾਨ ਵੀ ਹੁਣ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਝੱਲਣ ਵਾਸਤੇ ਤਿਆਰ ਹੋਵੇ। ਕੇਵਲ ਔਰ ਕੇਵਲ ਇਹ ਇੱਕ ਰਸਮੀ ਬਿਆਨ ਨੇ। ਜਿਸ ਤਰੀਕੇ ਨਾਲ ਤੁਹਾਨੂੰ ਮੈਂ ਦੱਸਿਆ CWC ਦੀ ਮੀਟਿੰਗ ਦੇ ਵਿੱਚ ਇਹੋ ਜਿਹੇ ਮੁੱਦੇ ਨਾ ਫੁੱਲੇ ਜਾਣ ਕਿ ਜੇ ਇਹ ਨਾ ਕਹਿਣ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਾਂਗਰਸ ਪਾਰਟੀ ਨੇ ਜਲੀਲ ਕਰਕੇ ਕੱਢਿਆ। ਸੋ ਉਹਦੀ ਰੋਕਥਾਮ ਵਾਸਤੇ ਹਰੀਸ਼ ਰਾਵਤ ਨੇ ਇਹ ਜਿਹੜਾ ਬਿਆਨ ਦਿੱਤਾ। ਬਾਕੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਜਿਹੜਾ ਰੋਲ ਹੈ ਜਾਂ ਹੁਣ ਉਹਨਾਂ ਦੀ ਰਾਜਨੀਤੀ, ਉਹ ਤਾਂ ਸਪਸ਼ਟ ਹੀ ਆ। ਬੀਤੇ ਲਖੀਮਪੁਰ ਖੀਰੀ ਦੇ ਵਿੱਚ ਇਹਨਾਂ ਵੱਡਾ ਦੁਖਾਂਤ ਵਾਪਰਿਆ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇੱਕ ਵੀ ਸ਼ਬਦ ਜਿਹੜਾ ਭਾਜਪਾ ਦੇ ਖਿਲਾਫ ਨਹੀਂ ਬੋਲਿਆ, ਨਾ ਉਹ ਲਖੀਮਪੁਰ ਖੀਰੀ ਦੀ ਘਟਨਾ ਦੇ ਸੰਬੰਧ ਦੇ ਵਿੱਚ ਕੁਝ ਬੋਲੇ ਨੇ। ਹਾਂ, ਉਹ ਕਸ਼ਮੀਰ ਤੇ ਚੀਨ ਦੇ ਵਿੱਚ ਜਿਹੜੇ ਆ ਅੱਤਵਾਦੀ ਗਤੀਵਿਧੀਆਂ ਉਹ ਜਿਹੜੀ ਘੁਸਪੈਠ ਵੱਧ ਰਹੀ ਆ, ਉਹਦੇ ਸੰਬੰਧੀ ਉਹਨਾਂ ਦਾ ਅੱਜ ਫਿਰ ਇੱਕ ਬਿਆਨ ਆਇਆ। ਸੋ ਕੇਵਲ ਔਰ ਕੇਵਲ ਕੈਪਟਨ ਅਮਰਿੰਦਰ ਸਿੰਘ ਹੁਣੀ ਅੱਜ ਕੱਲ੍ਹ ਰਾਸ਼ਟਰਵਾਦੀ ਨੇਤਾ ਦੇ ਰੂਪ 'ਚ ਉੱਭਰ ਕੇ ਸਾਹਮਣੇ ਆਏ ਨੇ, ਜਿਹੜੇ ਉਹ 4.5 ਸਾਲ ਦਰਮਿਆਨ ਨਹੀਂ ਸੀ ਆਏ। ਹੁਣ ਭਾਰਤੀ ਸਰਹੱਦਾਂ ਦਾ ਉਹਨਾਂ ਨੂੰ ਜ਼ਿਆਦਾ ਫਿਕਰ, ਮਤਲਬ ਉਹਨਾਂ ਨੂੰ ਹੋਣ ਲੱਗਾ, ਚਾਹੇ ਚੀਨ ਦਾ ਬਾਰਡਰ ਹੋਵੇ ਚਾਹੇ ਪਾਕਿਸਤਾਨ ਦਾ ਬਾਰਡਰ ਹੋਵੇ। ਹੁਣ ਉਹਨਾਂ ਨੂੰ ਚਿੰਤਾ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਉਹੋ ਜਿਹੀ ਚਿੰਤਾ ਹੋ ਗਈ ਹੈ ਜਿਹੋ ਜਿਹੀ ਨਰਿੰਦਰ ਮੋਦੀ ਹੋਣਾ ਨੂੰ ਚੋਣਾਂ ਦੇ ਸਮੇਂ ਹੁੰਦੀ ਹੈ, ਜਾਂ ਜਦੋਂ ਪਾਕਿਸਤਾਨ ਰਾਗ ਅਲਾਪ ਤੇ ਜਦੋਂ ਭਾਰਤ ਦੇ ਵਿੱਚ ਚੋਣਾਂ ਹੋਣੀਆਂ ਜਾਂ ਕਿਸੇ ਰਾਜ ਦੇ ਵਿੱਚ ਚੋਣਾਂ ਹੁੰਦੀਆਂ ਨੇ, ਤਾਂ ਉਸ ਵਕਤ ਨਰਿੰਦਰ ਮੋਦੀ ਹੋਣਾ ਨੂੰ ਜਾਂ ਉਹ ਭਾਜਪਾ ਨੂੰ ਬੜਾ ਉਸ ਵੇਲੇ ਭਾਰਤ ਦਾ ਖਤਰਾ ਲੱਗਦਾ। ਤਾਂ ਉਹੋ ਜਿਹਾ ਖਤਰਾ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਣ ਡਿਆ ਪਿਆ। ਹੁਣ ਕੋਈ ਬਿਆਨ ਨਹੀਂ ਦਿੰਦੇ, ਚੀਨ ਦਾ ਬਾਰਡਰ ਖੁੱਲ ਜਾਣਾ, ਪਾਕਿਸਤਾਨ ਆ ਜਾਣਾ, ਇਹ ਹੋ ਜਾਣਾ, ਉਹ ਹੋ ਜਾਣਾ। ਉਹਨਾਂ ਦੀਆਂ ਚਿੰਤਾਵਾਂ ਜਿਹੜੀਆਂ ਨੇ ਹੁਣ ਕੁਝ ਹੋਰ ਪੱਧਰ ਦੀਆਂ ਨੇ। ਕਾਂਗਰਸ ਪਾਰਟੀ ਜਿਹੜੀ ਹੈ ਉਹ ਹੁਣ ਉਹਨਾਂ ਨੂੰ ਕੋਈ ਅਹਿਮ ਜ਼ਿੰਮੇਵਾਰੀ ਕੀ ਦੇ ਸਕਦੀ? ਕੋਈ ਵੀ ਨਹੀਂ ਦੇ ਸਕਦੀ, ਕਿਉਂਕਿ ਰਾਜਪਾਲ ਉਹ ਨਹੀਂ ਬਣਾ ਸਕਦੇ, ਗਵਰਨਰ ਉਹ ਨਹੀਂ ਕਿਸੇ ਰਾਜ ਦਾ ਉਹਨਾਂ ਨੂੰ ਲਾ ਸਕਦੇ, ਐਂਬੈਸਡਰ ਉਹ ਨਹੀਂ ਲੱਗ ਸਕਦੇ, ਉਹ ਤਾਂ ਭਾਰਤੀ ਜਨਤਾ ਪਾਰਟੀ ਲਾਊਗੀ। ਤਾਂ ਸੋ ਉਹਨਾਂ ਨੇ ਹੁਣ ਜਿਹੜੀ ਉਹਨਾਂ ਦੀਆਂ ਚਿੰਤਾਵਾਂ ਨੇ, ਜਿਹੜੀਆਂ ਉਹਨਾਂ ਨੇ ਚਿੰਤਾ ਕਰਦੀ ਉਹ ਕਰਦੇ ਪਏ ਨੇ
ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਇਸ ਵੇਲੇ ਦੇਸ਼ ਭਗਤੀ ਜਿਹੜੀ ਆ ਸਭ ਤੋਂ ਜ਼ਿਆਦਾ ਉਹਨਾਂ ਦੇ ਵਿੱਚ ਹੈ। ਦੇਸ਼ ਦੀਆਂ ਸੁਰੱਖਿਆ ਦਾ ਖਤਰਾ ਜਿਹੜਾ ਸਭ ਤੋਂ ਜ਼ਿਆਦਾ ਉਹਨਾਂ ਨੂੰ ਖਤਰਾ ਮਹਿਸੂਸ ਹੋ ਰਿਹਾ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ, ਤਾਂ ਉਹ ਆਪਣਾ ਰੋਲ ਠੀਕ ਨਿਭਾ ਰਹੇ ਨੇ। ਕਾਂਗਰਸ ਪਾਰਟੀ ਜਿਵੇਂ ਵਾਜਾ ਮਾਰਦੀ ਪਈ ਹੈ, ਉਹ ਕਾਂਗਰਸ ਪਾਰਟੀ 'ਚ ਉਹਨਾਂ ਨੇ ਆਣ ਕੇ ਕੀ ਕਰਨਾ। ਤੋ ਹਰੀਸ਼ ਰਾਵਤ ਦਾ ਬਿਆਨ ਜਿਹੜਾ CWC ਦੇ ਵਿੱਚ ਉਸ ਮੀਟਿੰਗ ਨੂੰ ਰੋਕਣਾ ਤਾਂ ਕਿ ਕੈਪਟਨ ਅਮਰਿੰਦਰ ਸਿੰਘ ਹੋਣੀ ਆਪਣੀ ਲਾਈਨ ਤੇ ਠੀਕ ਜਾ ਰਹੇ ਆ। ਇਸ ਵੇਲੇ ਦੇਸ਼ ਨੂੰ ਜਿਹੜੇ ਵੱਖ-ਵੱਖ ਫਰੰਟਾਂ ਦੇ ਖਤਰਾ ਆ, ਉਹ ਨਰਿੰਦਰ ਮੋਦੀ ਵੀ ਸ਼ਾਇਦ ਇੰਨਾ ਨਹੀਂ ਕਰ ਸਕਦੇ, ਬਿਪਨ ਰਾਵਤ ਵੀ ਉਹਨਾਂ ਚਿੰਤਾ ਨਹੀਂ ਇਜ਼ਹਾਰ ਕਰ ਸਕਦਾ ਜਿੰਨੀ ਆਪਣੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਫਿਕਰ ਪਿਆ। ਤਾਂ ਉਹਨਾਂ ਦੀ ਇਸ ਫਿਕਰ ਦੀ ਗੱਲ ਕਰਨੀ ਚਾਹੀਦੀ ਹੈ, ਸਾਨੂੰ ਉਹਨਾਂ ਦਾ ਧਿਆਨ ਦੇਣਾ ਚਾਹੀਦਾ ਹੈ। ਸੋ ਹਰੀਸ਼ ਰਾਵਤ ਦਾ ਬਿਆਨ ਮਹਿਜ਼ ਇੱਕ ਬਿਆਨ ਆ CWC ਦੀ ਮੀਟਿੰਗ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਸੰਦਰਭ ਦੇ ਵਿੱਚ। ਜੀ ਮਾਨ ਸਾਹਿਬ। ਸੋ ਅੰਕਿਤ ਸਾਹਿਬ, ਜਿੱਥੇ ਹੁਣ ਆਪਾਂ ਦੁਬਾਰਾ ਫਿਰ ਤੋਂ ਚੰਨੀ ਸਰਕਾਰ ਦੀ ਗੱਲ ਕਰੀਏ, ਭਾਵੇਂ ਕਿ ਵੱਡੇ ਵੱਡੇ ਐਲਾਨ ਕਰ ਵੀ ਰਹੀ ਹੈ, ਐਕਸ਼ਨ ਮੂਡ ਦੇ ਵਿੱਚ ਲੱਗ ਰਹੇ ਨੇ ਜਦੋਂ ਤੋਂ ਚੰਨੀ ਸਰਕਾਰ ਆਈ ਹੈ, ਬਣੀ ਹੈ ਜੀ, ਜਾਂ CM ਚੰਨੀ ਬਣੇ ਨੇਗੇ, ਲੇਕਿਨ ਨਾਲ ਹੀ ਲੋਕਾਂ ਦੇ ਦੂਜੇ ਪਾਸੋਂ ਵਿਰੋਧੀ ਤਰ੍ਹਾਂ ਦੇ ਵੀ ਬਿਆਨ ਆਉਂਦੇ ਨੇ ਵੀ ਇਹਨਾਂ ਦੇ ਸਿਰਫ ਜੋ ਗੱਲਾਂ ਨੇ ਉਹ ਗੱਲਾਂ ਹੀ ਨਹੀਂ, ਬਿਆਨ ਹੀ ਨੇ, ਹਕੀਕੀ ਤੌਰ ਤੇ ਜਾਂ ਜ਼ਮੀਨੀ ਤੌਰ ਤੇ ਕੋਈ ਐਕਸ਼ਨ ਨਹੀਂ ਹੋ ਰਿਹਾ। ਲੇਕਿਨ ਦੂਸਰੇ ਪਾਸੇ ਜੇ ਰਾਜਾ ਵੜਿੰਗ ਦੀ ਗੱਲ ਕਰੀਏ ਜਾਂ ਆਪਾਂ ਉਸ ਮੰਤਰੀ ਦੀ ਗੱਲ ਕਰੀਏ ਚੰਨੀ ਸਰਕਾਰ ਦੇ ਵਿੱਚ, ਜੋ ਸਭ ਤੋਂ ਜ਼ਿਆਦਾ ਐਕਸ਼ਨ ਦੇ ਵਿੱਚ ਹੈ ਤੇ ਐਕਸ਼ਨ ਦਿਖਾਈ ਵੀ ਦੇ ਰਿਹਾ ਜ਼ਮੀਨੀ ਪੱਧਰ ਤੇ। ਕੱਲ ਫਿਰ ਉਹਨਾਂ ਦੇ ਵੱਲੋਂ ਲਿਬੜਾ ਟਰਾਂਸਪੋਰਟ, ਨਿਊ ਦੀ ਬੱਸ, ਔਰਬਿਟ ਬੱਸ, ਇਹਨਾਂ ਦੇ ਉੱਪਰ ਵੱਡਾ ਸਕੰਜਾ ਕੱਸਿਆ ਗਿਆ। 13 ਬੱਸਾਂ ਇੱਕ ਵਾਰ ਫਿਰ ਤੋਂ ਜ਼ਬਤ ਕੀਤੀਆਂ ਗਈਆਂ ਨੇ ਟਰਾਂਸਪੋਰਟ ਵਿਭਾਗ ਦੇ ਵੱਲੋਂ। ਕਿਵੇਂ ਦੇਖ ਰਹੇ ਹੋ ਕਿ ਰਾਜਾ ਵੜਿੰਗ, ਕਿਉਂਕਿ ਉਹਨਾਂ ਨੇ ਪਹਿਲਾਂ ਕਿਹਾ ਸੀ ਮੈਨੂੰ ਇੱਕ ਵਾਰ ਟਰਾਂਸਪੋਰਟ ਮੰਤਰੀ ਬਣਾਓ, ਮੈਂ ਟਰਾਂਸਪੋਰਟ ਮਾਫੀਆ ਖਤਮ ਕਰ ਦੇਵਾਂਗਾ, ਜਿਵੇਂ ਉਹ ਪਿਛਲੇ ਤਕਰੀਬਨ 10 ਦਿਨਾਂ ਤੋਂ ਜਾਂ 15 ਦਿਨਾਂ ਤੋਂ ਐਕਸ਼ਨ ਮੋਡ ਦੇ ਵਿੱਚ ਨੇ, ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹਨਾਂ ਕੋਲ 2 ਤੋਂ 2.5 ਮਹੀਨੇ ਜੇ ਰਹਿੰਦੇ ਨੇ ਵੀ ਟਰਾਂਸਪੋਰਟ ਮਾਫੀਆ ਨੂੰ ਬਿਲਕੁਲ ਖਤਮ ਕਰ ਦੇਣਗੇ ਰਾਜਾ ਵੜਿੰਗ, ਸਹੀ ਕਰ ਰਹੇ ਨੇ? ਕਿਵੇਂ ਦੇਖ ਰਹੇ ਹੋ? ਦੇਖੋ, ਇੱਕ ਬੜੀ ਮਾਨ ਸਾਹਿਬ ਹੈਰਾਨੀ ਦੀ ਗੱਲ ਆ ਕਿ ਰਾਜਾ ਵੜਿੰਗ ਵੱਲੋਂ ਬੀਤੇ 10-15 ਦਿਨਾਂ ਤੋਂ ਬੱਸਾਂ ਤੜਾਤੜ ਫੜੀਆਂ ਜਾ ਰਹੀਆਂ, ਔਰ ਹੈਰਾਨੀ ਜੀ ਦੀ ਗੱਲ ਹੈ ਕਿ ਕੋਈ ਵੀ ਕੰਪਨੀ ਵਾਲਾ, ਕੋਈ ਵੀ ਨੇਤਾ ਬੋਲਦਾ ਹੀ ਕੱਖ ਨਹੀਂ ਨਾ। ਮਤਲਬ ਜੀ ਅਕਾਲੀ ਦਲ ਵਾਲੇ ਬੋਲਦੇ ਆ, ਮਤਲਬ ਅਕਾਲੀ ਦਲ ਦੀਆਂ ਬੱਸਾਂ ਫੜੀਆਂ, ਲਿਬੜਾ ਸਿਰਫ ਇੱਕ ਦਿਨ ਦੀਪ ਢਿੱਲੋਂ ਵਾਲਾ ਮਾਲਕ ਜ਼ਰੂਰ ਬੋਲਿਆ ਸੀ, ਉਹ ਤਾਂ ਕਹਿੰਦਾ ਸਾਡੇ ਕੋਲ ਟੈਕਸ ਤਾਰਨ ਜੋ ਕਿ ਪੈ ਹੀ ਹੈ ਨਹੀਂ, ਉਹ ਤੇ ਜਦੋਂ ਰੋ ਹੀ ਪਿਆ। ਮਤਲਬ ਵੇਖੋ, ਬਾਦਲਾਂ ਦੀਆਂ ਬੱਸਾਂ ਫੜੀਆਂ, ਕੋਈ ਬੰਦਾ ਇਸ ਕੈਪਟਨ ਅਮਰਿੰਦਰ ਵੜਿੰਗ, ਰਾਜਾ ਵੜਿੰਗ ਦੇ ਖਿਲਾਫ ਕੋਈ ਬੰਦਾ ਕਾਰਵਾਈ ਦੇ ਖਿਲਾਫ ਬੋਲਦਾ ਹੀ ਨਹੀਂ ਪਿਆ। ਇਹਦਾ ਮਤਲਬ ਕਿ ਵੇਖੋ ਚੋਰ ਕਿੱਥੋਂ ਤੱਕ ਰਲੇ ਸੀ, ਉੱਤੋਂ ਲੈ ਕੇ ਥੱਲੇ ਤੱਕ ਕੈਪਟਨ ਅਮਰਿੰਦਰ ਸਿੰਘ 4.5 ਸਾਲ ਦੌਰਾਨ ਕਿਸ ਤਰੀਕੇ ਨਾਲ ਇਹਨਾਂ ਨੂੰ ਬਚਾਉਂਦਾ ਰਿਹਾ, ਔਰ ਕਿਸ ਤਰੀਕੇ ਨਾਲ ਵਿਰੋਧੀ ਤੇ ਕੈਪਟਨ ਅਮਰਿੰਦਰ ਸਿੰਘ ਤੇ ਐਸ਼ ਕਰਦੀ ਰਹੀ। ਤੇ ਹੁਣ ਰਾਜਾ ਵੜਿੰਗ ਨੇ ਬੱਸਾਂ ਫੜੀਆਂ, ਫੜਦਾ ਪਿਆ, ਰੋਜ਼ ਫੜਦਾ, ਕਦੇ 10 ਫੜਦਾ, ਕਦੇ 15 ਫੜਦਾ ਟਰਾਂਸਪੋਰਟ ਵਿਭਾਗ, ਔਰ ਦੂਜੇ ਪਾਸੇ ਬੋਲਦਾ ਹੀ ਕੋਈ ਕੱਖ ਨਹੀਂ। ਤੁਸੀਂ ਇਹ ਵੇਖੋ ਕਿ ਕਿੱਡੇ ਵੱਡੇ ਪੱਧਰ ਤੇ ਇਹ ਮਾਫੀਆ ਨੇ ਜਾਲ ਵਿਛਾਇਆ ਸੀ, ਤੇ ਹੁਣ ਪਤਾ ਕਿ ਅਸੀਂ ਚੋਰ ਹਾਂ, ਕਿਸੇ ਕਿਸਮ ਦੀ ਕੋਈ ਗਤੀਵਿਧੀ, ਕੋਈ ਕਾਰਵਾਈ, ਕੋਈ ਚੀਕ ਝਾੜਾ ਪਿਆ ਹੀ ਨਹੀਂ। ਪਰ ਇੱਕ ਗੱਲ ਦਾ ਜਿਹੜਾ ਦੁੱਖ ਆ ਆਪਣੇ ਮਾਨ ਸਾਹਿਬ, ਉਹ ਇਹ ਆ ਕਿ ਜਿਹੜੀਆਂ ਬੱਸਾਂ ਫੜੀਆਂ ਜਾ ਰਹੀਆਂ ਉਹ ਕੇਵਲ ਔਰ ਕੇਵਲ ਅਕਾਲੀ ਦਲ ਦੇ ਨਾਲ ਸੰਬੰਧਿਤ ਹੀ ਬੰਦਿਆਂ ਦੀਆਂ ਕਿਉਂ ਫੜੀਆਂ ਜਾ ਰਹੀਆਂ, ਸਾਬਕਾ ਮੰਤਰੀਆਂ ਕਿਉਂ ਫੜੀਆਂ ਜਾ ਰਹੀਆਂ? ਕਾਂਗਰਸੀ ਮੰਤਰੀਆਂ ਨੇ ਵੀ ਕੋਈ 2-4 ਬੱਸਾਂ ਫੜ ਲਓ, ਤੇ ਜਾਂ ਉਹਨਾਂ ਨੂੰ ਤੁਸੀਂ ਹੁਣ ਲਾਇਸੈਂਸ ਦੇਤਾ ਕਿ ਤੁਸੀਂ ਹੁਣ ਠੱਗੀ ਠੋੜੀ ਤੁਸੀਂ 4 ਸਾਲ ਜਾਂ 2 ਮਹੀਨੇ ਤੁਸੀਂ ਚਲਾਓ। ਕੈਪ ਰਾਜਾ ਵੜਿੰਗ ਦਾ ਇਹ ਕਾਰਵਾਈ ਨਿਰਸੰਦੇਹ ਸ਼ਲਾਘਾ ਦੀ ਯੋਗ ਆ, ਠੀਕ ਆ, ਉਹ ਫੜਦੇ ਪਏ ਨੇ ਬੜੇ ਵੱਡੇ ਪੱਧਰ ਤੇ। ਪਤਾ ਲੱਗਾ ਕਿ ਜਿਸ ਦਿਨ ਇਹ ਪ੍ਰਾਈਵੇਟ ਬੱਸਾਂ ਨੂੰ ਨੱਥ ਉਹਨਾਂ ਨੇ ਪਾਈ ਆ, ਉਹਨਾਂ 2-4 ਦਿਨਾਂ ਦੇ ਵਿੱਚ ਜਿਹੜਾ ਟੈਕਸ ਆ PRTC ਦਾ, ਉਹ ਪੰਜਾਬ ਰੋਡਵੇਜ਼ ਦਾ ਬੜੀ ਵੱਡੀ ਮਾਤਰਾ ਦੇ ਵਿੱਚ ਜ਼ਿਆਦਾ ਉਹਨਾਂ ਦੀ ਜਿਹੜੀ ਆਮਦਨ ਵਧੀ ਆ। ਚੰਗੀ ਗੱਲ ਆ, ਇਹਦੀ ਸਾਨੂੰ ਸ਼ਲਾਘਾ ਕਰਨੀ ਚਾਹੀਦੀ, ਔਰ ਸ਼ਲਾਘਾ ਕਰਦੇ ਵੀ ਆ। ਪਰ ਰਾਜਾ ਵੜਿੰਗ ਜੀ, ਤੁਸੀਂ ਇਹਦੇ ਨਾਲ ਹੀ ਨਾਲ ਕਾਂਗਰਸੀ ਮੰਤਰੀਆਂ ਦੀਆਂ ਬੱਸਾਂ ਜਾਂ ਕਾਂਗਰਸੀ MLA ਦੀਆਂ ਬੱਸਾਂ ਵੱਲ ਵੀ ਧਿਆਨ ਦਿਓ, ਜਿਹੜੀਆਂ ਸੜਕਾਂ ਤੋਂ ਉਹ ਵੀ ਇਸੇ ਕੈਟਾਗਰੀ 'ਚ ਦੰਦਰ ਹੁੰਦੀਆਂ ਫਿਰਦੀਆਂ ਨੇ। ਚੰਗੀ ਗੱਲ ਆ ਕਿ ਤੁਸੀਂ ਇਹ ਕਾਰਵਾਈਆਂ ਕਰ ਰਹੇ ਜੇ, ਇਹ ਮਾਫੀਆ ਨੂੰ ਨੱਥ ਪਾਉਣੀ ਚਾਹੀਦੀ ਹੈ। ਟਾਈਮ ਤੁਹਾਡੇ ਕੋਲ ਥੋੜਾ, ਚਲੋ ਦੇਰ ਆਏ ਦਰੁਸਤ ਆਏ, ਜਿੰਨਾ ਕੁ ਤੁਹਾਡੀ ਕਾਰਵਾਈ ਤੁਹਾਡੀ ਕੀਤੀ ਜਾ ਰਹੀ ਹੈ ਬੜੀ ਸ਼ਲਾਘਾਯੋਗ ਹੈ। ਪਰ ਇਹਦੇ ਨਾਲ ਹੀ ਨਾਲ ਤੁਸੀਂ ਦੂਜੇ ਜਿਹੜੀਆਂ ਆਪਣੀ ਪਾਰਟੀ ਦੇ ਜਾਂ ਹੋਰ ਪਾਰਟੀਆਂ ਦੇ ਬੰਦੇ ਨੇ, ਉਹਨਾਂ ਵੱਲ ਵੀ ਤੁਸੀਂ ਧਿਆਨ ਦਿਓ। ਠੀਕ ਹੈ, ਮੈਨੂੰ ਸਾਨੂੰ ਇਹ ਵੀ ਪਤਾ ਲੱਗਾ ਕਿ ਦਿੱਲੀ ਤੋਂ ਜਿਹੜੀਆਂ ਟੂਰਿਸਟ ਬੱਸਾਂ ਚੱਲਦੀਆਂ ਨੇ, ਤੁਸੀਂ ਰਾਜਾ ਵੜਿੰਗ ਹੋਣਾ ਵੱਲੋਂ ਜਿਹੜੀ ਦਿੱਲੀ ਦੇ ਮੁੱਖ ਮੰਤਰੀ ਨੂੰ ਵੀ ਚਿੱਠੀ ਪਾ ਕੇ ਕਿਹਾ ਗਿਆ ਕਿ ਇਹਨਾਂ ਬੱਸਾਂ ਨੂੰ ਰੋਕਣ ਦੀ ਕਾਰਵਾਈ ਕੀਤੀ, ਜਿਵੇਂ ਜਿਹੜੀਆਂ ਟੂਰਿਸਟ ਬੱਸਾਂ ਨੇ ਕਿਸ ਤਰੀਕੇ ਨਾਲ ਟੈਕਸ ਨੂੰ ਚੋਰੀ ਕਰਦੀਆਂ ਨੇ। ਸੋ ਰਾਜਾ ਵੜਿੰਗ ਹੁਣ ਉਹਨਾਂ ਨੇ PRTC ਦਾ ਗਿੱਦੜਬਾਹਾ ਦੇ ਵਿੱਚ ਇੱਕ ਸਬ ਆਫਿਸ ਵੀ ਡੀਪੂ ਜਿਹੜਾ ਉਹਨਾਂ ਨੇ ਖੋਲ੍ਹਿਆ ਆ। ਸੋ ਇਹ ਵਾਕਿਆ ਹੀ ਬਹੁਤ ਵਧੀਆ ਕੰਮ ਉਹ ਕਰ ਰਹੇ ਨੇ, ਐਕਸ਼ਨ ਦੇ ਵਿੱਚ ਆ ਰਹੇ ਨੇ। ਜਿਸ ਤਰੀਕੇ ਨਾਲ ਕਿਹਾ ਸੀ ਕਿ ਟਰਾਂਸਪੋਰਟ ਵਿਭਾਗ ਮੈਨੂੰ ਦਿਓ, ਮੈਂ ਤੁਹਾਨੂੰ ਮਾਫੀਆ ਖਤਮ ਕਰਕੇ ਦੱਸਣਾ, ਠੀਕ ਆ, ਮਾਫੀਆ ਨੂੰ ਉਹ ਖਤਮ ਕਰ ਰਹੇ ਨੇ, ਪਰ ਸਮਾਂ ਥੋੜਾ ਆ, ਸਮਾਂ ਥੋੜੇ ਹੋਣ ਕਰਕੇ ਵੇਖੋ ਕਿ ਅੱਗੇ ਕੀ ਇਸ ਦੇ ਸਿੱਟੇ ਨਿਕਲਦੇ ਨੇ। ਪਰ ਹੁਣ ਤੱਕ ਦੇ ਜਿਹੜੇ ਸਿੱਟੇ ਨਿਕਲੇ ਨੇ ਨਿਰਸੰਦੇਹ ਉਹ ਸ਼ਲਾਘਾਯੋਗ ਨੇ, ਤਾਂ ਉਹਨਾਂ ਦੀ ਕਾਰਵਾਈ ਕਰਨੀ ਬਣਦੀ ਹੈ। ਪਰ ਰਾਜਾ ਵੜਿੰਗ ਹੋਣਾ ਨੂੰ ਜਿਹੜੀ ਨਜ਼ਰ ਆ, ਉਹ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਬਰਾਬਰ ਤੋਲਣਾ ਚਾਹੀਦਾ। ਇਹ ਨਾ ਹੋਵੇ ਆਪਣੇ ਬੰਦਿਆਂ ਨੂੰ ਉਹ ਬਖਸ਼ੀ ਜਾਣ ਤੇ ਦੂਜਿਆਂ ਨੂੰ ਫੜੀ ਜਾਣ, ਇਹ ਨਹੀਂ ਹੋਣਾ ਚਾਹੀਦਾ। ਬਾਕੀ ਰਾਜਾ ਵੜਿੰਗ ਦੀ ਇਹ ਗਤੀਵਿਧੀ, ਇਹ ਕਾਰਵਾਈਆਂ ਸ਼ਲਾਘਾ ਦੀ ਯੋਗ ਨੇ। ਠੀਕ, ਧੰਨ ਸਾਹਿਬ।
ਸੋ ਅਣਖੀ ਸਾਹਿਬ, ਤੁਸੀਂ ਇਹਨਾਂ ਸਾਰੇ ਅਹਿਮ ਮੁੱਦਿਆਂ ਪਰ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਨੇ ਇਹਨਾਂ ਅਹਿਮ ਮੁੱਦਿਆਂ ਉੱਪਰ ਸਾਡੇ ਨਾਲ ਗੱਲਬਾਤ ਕੀਤੀ, ਚਰਚਾ ਕੀਤੀ। ਸਾਨੂੰ ਉਮੀਦ ਹੈ ਸਾਡੇ ਸਾਰੇ ਦਰਸ਼ਕਾਂ ਨੂੰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਦੁਆਰਾ ਕੀਤੀ ਹੋਈ ਚਰਚਾ ਖੂਬ ਪਸੰਦ ਆਵੇਗੀ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ, ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।